हेलो स्टूडेंट्स, हाउ आर यू। ਅੱਜ ਅਸੀਂ ਕਰਾਂਗੇ ਅਭਿਆਸ 2.1 ਪੂਰਨ ਸੰਖਿਆਵਾਂ। ਸੋ ਇਸ ਚੈਪਟਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੂਰਨ ਸੰਖਿਆਵਾਂ ਆਖਿਰ ਹੁੰਦੀਆਂ ਕਿਹੜੀਆਂ ਹਨ। ਜੋ ਸੰਖਿਆਵਾਂ 0 ਤੋਂ ਸ਼ੁਰੂ ਹੋਣ, ਬਸ ਇੰਨਾ ਹੀ ਫਰਕ ਹੈ। ਸੋ ਪੂਰਨ ਮਤਲਬ ਬਿਲਕੁਲ ਕੰਪਲੀਟ। 0 ਤੋਂ ਬਿਨਾਂ ਤਾਂ ਆਪਾਂ ਕੰਪਲੀਟ ਕਰ ਨਹੀਂ ਸਕਦੇ। ਸੋ ਜੋ 0 ਤੋਂ ਸ਼ੁਰੂ ਹੁੰਦੀ ਹੋਵੇ, 0 1 2 3 4 5 6 7 ਅਤੇ ਅੱਗੇ ਅੱਗੇ ਵਧਦੀ ਜਾਵੇ ਇਨਫਿਨਿਟੀ, ਅਨੰਤ ਤੱਕ, क्योंकि संख्यावां तो कभी खत्म नहीं होनिया। ओके, सो गिणती कभी भी खत्म नहीं होंगी। जे साडे कोई पूछे कि सब तो वड्डा नंबर किहड़ा है, असीं कहांगे यह इंपॉसिबल है, असीं नहीं दस सकांगे, क्योंकि उस नंबर तो भी अगे एक नंबर होर आ जाएगा। ओके, सो पूर्ण संख्यावां कदों हुंदियां हन? जदों उहदे विच 0 ऐड हो जाता है। इस तरह प्राकृतिक संख्यावां नैचुरल नंबरस। ओके, सो ਇਹਦੇ ਵਿੱਚ ਕੀ ਫਰਕ ਹੈ ਕਿ ਨੈਚੁਰਲੀ ਅਸੀਂ 1 ਤੋਂ ਗਿਣਨਾ ਸ਼ੁਰੂ ਕਰਦੇ ਹਾਂ। ਠੀਕ ਹੈ, ਕੁਦਰਤੀ ਤੌਰ ਤੇ ਅਸੀਂ 1 ਤੋਂ ਗਿਣਨਾ ਸ਼ੁਰੂ ਕਰਦੇ ਹਾਂ, ਇਸ ਕਰਕੇ ਇਹਨੂੰ ਪ੍ਰਾਕ੍ਰਿਤਿਕ ਸੰਖਿਆਵਾਂ ਕਹਿੰਦੇ ਹਨ। 1 2 3 4 5 6 7 ਇਹਦੇ ਵਿੱਚ 0 ਨਹੀਂ ਹੁੰਦਾ। ਸੋ ਪੂਰਨ ਸੰਖਿਆਵਾਂ ਵਿੱਚ 0 ਹੁੰਦਾ, ਪ੍ਰਾਕ੍ਰਿਤਿਕ ਸੰਖਿਆਵਾਂ ਵਿੱਚ 0 ਨਹੀਂ ਹੁੰਦਾ। ਬਸ ਦੋਨਾਂ ਵਿੱਚ ਇਹੀ ਫਰਕ ਹੈ। ਹੋਪ ਤੁਹਾਨੂੰ ਇਹ ਯਾਦ ਹੋਏਗਾ ਤੇ ਆਪਾਂ ਜਿਵੇਂ ਜਿਵੇਂ ਅਗਲੇ ਸਵਾਲ ਕਰਾਂਗੇ ਇਹ ਗੱਲ ਸਾਡੀ ਹੋਰ ਪੱਕੀ ਹੁੰਦੀ ਜਾਏਗੀ ਕਿ ਅਗਲੀ ਐਕਸਰਸਾਈਜ਼ ਵਿੱਚ ਇੰਨਾ ਹੀ ਚੀਜ਼ਾਂ ਦੀ ਜਿਹੜੀ ਰਿਵੀਜ਼ਨ ਹੈ ਉਹਦੇ ਨਾਲ ਸਾਨੂੰ ਇਹ ਕਨਸੈਪਟ ਹੋਰ ਪੱਕਾ ਹੁੰਦਾ ਜਾਏਗਾ। ਆਓ ਆਪਾਂ ਐਕਸਰਸਾਈਜ਼ ਸ਼ੁਰੂ ਕਰਦੇ ਹਾਂ। ਅਭਿਆਸ 2.1 ਫਸਟ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ, ਸਭ ਤੋਂ ਛੋਟੀ ਪੂਰਨ ਸੰਖਿਆ ਲਿਖੋ। ਸੋ ਸਭ ਤੋਂ ਛੋਟੀ ਪੂਰਨ ਸੰਖਿਆ ਆਪਾਂ ਦੇਖੀ ਸੀ, ਉਹ ਕੀ ਹੈ? 0। ਸੋ ਇਹ 0 ਇਹਦਾ ਜਵਾਬ ਆ ਜਾਏਗਾ। ਸੈਕਿੰਡ, ਸਭ ਤੋਂ ਛੋਟੀ ਪ੍ਰਾਕ੍ਰਿਤਿਕ ਸੰਖਿਆ ਲਿਖੋ। ਸਭ ਤੋਂ ਛੋਟੀ ਪ੍ਰਾਕ੍ਰਿਤਿਕ ਸੰਖਿਆ ਕਿੱਥੋਂ ਸ਼ੁਰੂ ਹੁੰਦੀ ਸੀ? 1 ਤੋਂ। ਸੋ ਸਭ ਤੋਂ ਛੋਟੀ ਫਿਰ ਪ੍ਰਾਕ੍ਰਿਤਿਕ ਸੰਖਿਆ 1 ਹੋ ਜਾਏਗੀ। ਨੈਕਸਟ, ਪੂਰਨ ਸੰਖਿਆਵਾਂ ਵਿੱਚ 0 ਦਾ ਅਗੇਤਰ ਲਿਖੋ। ਅਗੇਤਰ ਮਤਲਬ +1, ਉਸ ਤੋਂ ਅਗਲਾ। 0 ਤੋਂ ਅੱਗੇ ਹੋਰ ਕੀ ਆਏਗਾ? ਸੋ 0 ਤੋਂ ਅੱਗੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 0 ਤੋਂ ਅੱਗੇ 1 ਆਏਗਾ। ਓਕੇ, ਨੈਕਸਟ ਡੀ, ਪੂਰਨ ਸੰਖਿਆਵਾਂ ਵਿੱਚ 0 ਦਾ ਪਛੇਤਰ ਲਿਖੋ। ਹੁਣ ਆਪਾਂ ਇੱਕ ਇੱਥੇ ਧਿਆਨ ਰੱਖਣਾ ਕਿ ਪੂਰਨ ਸੰਖਿਆਵਾਂ ਦੀ ਗੱਲ ਹੋ ਰਹੀ ਹੈ ਜੋ ਸ਼ੁਰੂ ਹੀ 0 ਤੋਂ ਹੁੰਦੀਆਂ ਹਨ। 0 ਤੋਂ ਪਿੱਛੇ ਦਾ ਕੁਝ ਵੀ ਨਹੀਂ ਹੈ ਪੂਰਨ ਸੰਖਿਆਵਾਂ ਵਿੱਚ। ਸੋ ਇਹ ਪੋਸੀਬਲ ਨਹੀਂ ਹੈ, ਆਪਾਂ ਲਿਖ ਦਾਂਗੇ ਅਸੰਭਵ। ਠੀਕ, ਨੈਕਸਟ, ਸਭ ਤੋਂ ਵੱਡੀ ਪੂਰਨ ਸੰਖਿਆ ਲਿਖੋ। ਸਭ ਤੋਂ ਵੱਡੀ ਪੂਰਨ ਸੰਖਿਆ, ਜਿਵੇਂ ਮੈਂ ਪਹਿਲਾਂ ਕਿਹਾ, ਇਹ ਵੀ ਆਪਾਂ ਨਹੀਂ ਦੱਸ ਸਕਦੇ ਕਿਉਂਕਿ ਜਿਹੜੀ ਵੀ ਸਭ ਤੋਂ ਵੱਡੀ ਅਸੀਂ ਮੰਨਦੇ ਹਾਂ ਉਸ ਤੋਂ ਅੱਗੇ ਗਿਣਤੀ ਹੋਰ 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 ਅੱਗੇ ਜਾਂਦੀ ਰਹੇਗੀ। ਸੋ ਇਹ ਕਦੀ ਵੀ ਖਤਮ ਨਹੀਂ ਹੋਏਗੀ। ਸੋ ਸਭ ਤੋਂ ਵੱਡੀ ਪੂਰਨ ਸੰਖਿਆ ਅਸੀਂ ਨਹੀਂ ਲਿਖ ਸਕਦੇ। ਨੈਕਸਟ, ਸੈਕਿੰਡ, ਹੇਠ ਲਿਖਿਆਂ ਵਿੱਚੋਂ ਕਿਹੜੇ ਕਥਨ ਸਹੀ? ਜਿਹਦੇ ਸਹੀ ਹਨ ਉੱਥੇ ਟੀ ਲਗਾ ਦਿਓ ਅਤੇ ਕਿਹੜੇ ਕਥਨ ਗਲਤ ਉੱਥੇ F ਯਾਨੀ ਫਾਲਸ, T ਯਾਨੀ ਟਰੂ। ਠੀਕ ਹੈ, ਉੱਥੇ ਆਪਾਂ ਇਹ ਸਾਈਨ ਲਗਾ ਦੇਣਾ। ਫਸਟ, 0 ਸਭ ਤੋਂ ਛੋਟੀ ਪ੍ਰਾਕ੍ਰਿਤਿਕ ਸੰਖਿਆ ਹੈ। ਨਹੀਂ, ਪ੍ਰਾਕ੍ਰਿਤਿਕ ਸੰਖਿਆ ਤਾਂ 1 ਤੋਂ ਸਟਾਰਟ ਹੁੰਦੀ ਹੈ। ਸੋ ਇਹ ਕੀ ਹੈ? ਫਾਲਸ। ਇੱਥੇ ਆਪਾਂ F ਲਗਾ ਦਾਂਗੇ। ਓਕੇ, ਨੈਕਸਟ, 0 ਸਭ ਤੋਂ ਛੋਟੀ ਪੂਰਨ ਸੰਖਿਆ ਹੈ। ਹਾਂ, ਇਹ ਬਿਲਕੁਲ ਠੀਕ ਹੈ। ਸੋ ਇਹ ਟਰੂ ਹੈ, ਇੱਥੇ T ਲਗਾ ਦਾਂਗੇ। C, ਹਰੇਕ ਪੂਰਨ ਸੰਖਿਆ ਇੱਕ ਪ੍ਰਾਕ੍ਰਿਤਿਕ ਸੰਖਿਆ ਹੈ। ਨਹੀਂ, ਇਹ ਠੀਕ ਨਹੀਂ ਹੈ ਕਿਉਂਕਿ ਪੂਰਨ ਸੰਖਿਆ ਵਿੱਚ ਤਾਂ 0 ਵੀ ਆਉਂਦੀ ਹੈ। ਸੋ ਹਰੇਕ ਪੂਰਨ ਸੰਖਿਆ ਇੱਕ ਪ੍ਰਾਕ੍ਰਿਤਿਕ ਸੰਖਿਆ ਨਹੀਂ ਹੈ ਕਿਉਂਕਿ 0 ਜਿਹੜੀ ਹੈ ਸਿਰਫ ਪੂਰਨ ਸੰਖਿਆ ਹੈ, ਉਹ ਪ੍ਰਾਕ੍ਰਿਤਿਕ ਸੰਖਿਆ ਨਹੀਂ ਹੈ। ਸੋ ਇਹ ਫਾਲਸ ਹੋ ਗਿਆ। ਨੈਕਸਟ ਡੀ, ਹਰੇਕ ਪ੍ਰਾਕ੍ਰਿਤਿਕ ਸੰਖਿਆ ਇੱਕ ਪੂਰਨ ਸੰਖਿਆ ਹੈ। ਹਾਂ, ਇਹ ਟਰੂ ਹੈ ਕਿਉਂਕਿ ਪ੍ਰਾਕ੍ਰਿਤਿਕ ਸੰਖਿਆ 1 ਤੋਂ ਸਟਾਰਟ ਹੁੰਦੀ ਹੈ। ਸੋ 1 ਜਿਹੜਾ ਹੈ ਪੂਰਨ ਸੰਖਿਆ ਤਾਂ ਹੈ। ਸੋ ਇਸ ਕਰਕੇ ਇਹ ਸਟੇਟਮੈਂਟ ਟਰੂ ਹੋ ਗਈ। ਨੈਕਸਟ, 1 ਸਭ ਤੋਂ ਛੋਟੀ ਪੂਰਨ ਸੰਖਿਆ ਹੈ। ਨਹੀਂ, ਪੂਰਨ ਸੰਖਿਆ ਤਾਂ 0 ਤੋਂ ਸਟਾਰਟ ਹੁੰਦੀ ਹੈ। ਸੋ ਇਹ ਵੀ ਸਟੇਟਮੈਂਟ ਜਿਹੜੀ ਹੈ ਫਾਲਸ ਹੋ ਗਈ। ਨੈਕਸਟ F, ਪ੍ਰਾਕ੍ਰਿਤਿਕ ਸੰਖਿਆਵਾਂ ਵਿੱਚ ਪ੍ਰਾਕ੍ਰਿਤਿਕ ਸੰਖਿਆ 1 ਦਾ ਕੋਈ ਪਿਛੇਤਰ ਨਹੀਂ ਹੁੰਦਾ, ਭਾਵ 1 ਤੋਂ ਪਿੱਛੇ ਕੋਈ ਵੀ ਨਹੀਂ ਹੁੰਦਾ। ਹਾਂ ਬਿਲਕੁਲ, ਕਿਉਂਕਿ 1 ਤੋਂ ਹੀ ਇਹ ਸਟਾਰਟ ਹੁੰਦੀਆਂ ਹਨ। ਤਾਂ ਇਹ ਟਰੂ ਹੋ ਗਿਆ। ਨੈਕਸਟ G, ਪੂਰਨ ਸੰਖਿਆਵਾਂ ਵਿੱਚ ਪੂਰਨ ਸੰਖਿਆ 1 ਦਾ ਕੋਈ ਪਛੇਤਰ ਨਹੀਂ ਹੁੰਦਾ। ਨਹੀਂ, ਇਹ ਫਾਲਸ ਹੈ ਕਿਉਂਕਿ ਪੂਰਨ ਸੰਖਿਆਵਾਂ ਵਿੱਚ 1 ਦਾ ਪਿਛੇਤਰ 0 ਹੁੰਦਾ ਹੈ। ਸੋ ਇਹ ਫਾਲਸ ਹੋ ਗਈ। H, 2 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਦਾ ਅਗੇਤਰ 3 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੁੰਦਾ ਹੈ। ਹਾਂ, ਇਹ ਬਿਲਕੁਲ ਠੀਕ ਹੈ ਕਿਉਂਕਿ ਜਦੋਂ 2 ਅੰਕਾਂ ਦੀ ਆਪਾਂ ਵੱਡੀ ਤੋਂ ਵੱਡੀ ਸੰਖਿਆ ਲਵਾਂਗੇ, ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੋਗੀ? 99। ਜਦੋਂ ਅਸੀਂ 2 ਅੰਕਾਂ ਦੀ ਸੰਖਿਆ ਵਿੱਚ 1 ਪਲੱਸ ਕਰਾਂਗੇ, ਮਤਲਬ ਅਗੇਤਰ ਲੱਭਣ ਲਈ 1 ਜਮ੍ਹਾਂ ਕਰਾਂਗੇ, ਤਾਂ ਉਹ 3 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਆ ਜਾਏਗੀ। ਸੋ ਇਹ ਸਟੇਟਮੈਂਟ ਟਰੂ ਹੈ।
ਨੈਕਸਟ, 2 ਅੰਕਾਂ ਦੀ ਸੰਖਿਆ ਦਾ ਅਗੇਤਰ ਹਮੇਸ਼ਾ 2 ਅੰਕਾਂ ਦੀ ਸੰਖਿਆ ਹੁੰਦੀ ਹੈ। ਨਹੀਂ, ਇਹ ਫਾਲਸ ਹੈ, ਕਿਉਂਕਿ ਆਪਾਂ ਹੁਣੇ ਦੇਖਿਆ ਕਿ 2 ਅੰਕਾਂ ਦੀ ਸੰਖਿਆ ਦਾ ਅਗੇਤਰ ਹਰ ਵਾਰ 2 ਅੰਕਾਂ ਦੀ ਸੰਖਿਆ ਨਹੀਂ ਹੋਏਗੀ, ਕਿਉਂਕਿ ਜਦੋਂ ਵੱਡੀ ਤੋਂ ਵੱਡੀ ਸੰਖਿਆ ਤੱਕ ਪਹੁੰਚ ਜਾਵਾਂਗੇ ਫਿਰ ਉਸ ਦਾ ਅਗੇਤਰ 3 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੋਏਗੀ। ਸੋ ਇਹ ਸਟੇਟਮੈਂਟ ਫਾਲਸ ਹੈ, ਠੀਕ ਨਹੀਂ ਹੈ। ਨੈਕਸਟ, 299 ਦਾ ਪਿਛੇਤਰ 300 ਹੈ। ਨਹੀਂ, ਬਿਲਕੁਲ ਨਹੀਂ। 299 ਦਾ ਅਗੇਤਰ ਹੈ 300, ਨਾ ਕਿ ਪਿਛੇਤਰ। ਸੋ ਇਹ ਫਾਲਸ ਹੋ ਗਈ। ਨੈਕਸਟ, 499 ਦਾ ਅਗੇਤਰ 500 ਹੈ। ਬਿਲਕੁਲ ਠੀਕ ਹੈ ਜੀ, 499 ਦੇ ਅੱਗੇ 500 ਆਉਂਦਾ, ਸੋ ਇਹ ਟਰੂ ਹੋ ਗਿਆ। ਨੈਕਸਟ, 2 ਅੰਕਾਂ ਦੀ ਸੰਖਿਆ ਦਾ ਪਿਛੇਤਰ ਕਦੀ ਵੀ 1 ਅੰਕ ਦੀ ਸੰਖਿਆ ਨਹੀਂ ਹੁੰਦਾ। ਨਹੀਂ ਜੀ, ਇਹ ਬਿਲਕੁਲ ਗਲਤ ਹੈ। ਹੁੰਦਾ ਹੈ ਕਿੱਦਾਂ ਕਿ ਜਦੋਂ ਅਸੀਂ 10 ਲਿਖਦੇ ਹਾਂ ਤੇ 10 ਦਾ ਪਿਛੇਤਰ ਮਤਲਬ ਘਟਾਓ 1, ਕੀ ਹੋਏਗਾ? 9। ਸੋ 2 ਅੰਕਾਂ ਦੀ ਸੰਖਿਆ ਦਾ ਪਿਛੇਤਰ 9 ਹੈਗਾ ਹੈ। ਇਸ ਲਈ ਅਸੀਂ ਇਹ ਸਟੇਟਮੈਂਟ ਦੇ ਨਾਲ ਅਗਰੀ ਨਹੀਂ ਕਰਾਂਗੇ। ਇਹ ਸਟੇਟਮੈਂਟ ਫਾਲਸ ਹੈ, ਕਿਉਂਕਿ ਇਹ ਕਹਿੰਦੀ ਸੀ ਕਿ 2 ਅੰਕਾਂ ਦੀ ਸੰਖਿਆ ਦਾ ਪਿਛੇਤਰ ਕਦੇ ਵੀ 1 ਅੰਕ ਦੀ ਸੰਖਿਆ ਨਹੀਂ ਹੁੰਦਾ। ਸਾਡੇ ਕੋਲ ਤਾਂ ਇਹ ਆ ਗਿਆ, ਇਸ ਕਰਕੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂ। ਇਹ ਫਾਲਸ ਹੈ। ਨੈਕਸਟ, ਥਰਡ, ਹੇਠ ਲਿਖਿਆਂ ਵਿੱਚੋਂ ਹਰੇਕ ਦਾ ਅਗੇਤਰ ਲਿਖੋ। ਮੀਨਸ ਅਗਲੀ ਸੰਖਿਆ। ਅਗਲੀ ਸੰਖਿਆ ਤੋਂ ਭਾਵ ਇਹਦੇ ਵਿੱਚ 1 ਜਮ੍ਹਾਂ ਕਰ ਦੇਣਾ। ਠੀਕ, ਜੇ ਤੁਹਾਡਾ ਜੋੜ ਬਹੁਤ ਅੱਛਾ ਹੈ ਫਿਰ ਤਾਂ ਤੁਸੀਂ ਦੇਖ ਕੇ ਉਦਾਂ ਹੀ ਲਿਖ ਸਕੋਗੇ, ਪਰ ਜੇ ਤੁਹਾਡਾ ਜੋੜ ਅੱਛਾ ਨਹੀਂ ਹੈ ਤੇ ਤੁਸੀਂ ਰਿਸਕ ਨਹੀਂ ਲੈਣਾ ਚਾਹੁੰਦੇ, ਫਿਰ ਮੈਂ ਰਿਕਮੈਂਡ ਕਰਾਂਗਾ ਕਿ ਸਾਰੇ ਬੱਚੇ ਇਹਨੂੰ ਜੋੜ ਕੇ ਹੀ ਇਹਦਾ ਅਗੇਤਰ ਲਿਖਣ। ਸੋ ਜੇ ਆਪਾਂ ਅਗੇਤਰ ਲਿਖਣਾ ਤੇ ਸਭ ਤੋਂ ਪਹਿਲੀ ਰਕਮ ਕੀ ਹੈ? ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ। 1,09,009। ਸੋ ਇਹਦੇ ਵਿੱਚ ਜੇ ਅਸੀਂ 1 ਪਲੱਸ ਕਰ ਦਾਂਗੇ, ਓਕੇ, ਕੀ ਆ ਜਾਏਗਾ? 9 ਤੇ 1 10। ਠੀਕ ਹੈ, 10 ਦੀ ਲੱਗੀ 0, 1 ਕੈਂਸਲ। ਸੋ ਇੱਥੇ ਆ ਗਿਆ। ਠੀਕ, ਅੱਗੇ ਕੁਝ ਵੀ ਨਹੀਂ ਗਿਆ ਤੇ ਇਹ ਸਾਰਾ ਆਪਾਂ ਇਦਾਂ ਹੀ ਉਤਾਰ ਲਾਂਗੇ। ਸੋ ਇਹ ਇਹਦਾ ਕੀ ਆ ਗਿਆ? ਅਗੇਤਰ। ਓਕੇ, ਨੈਕਸਟ, ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ। ਸੋ ਇਹ ਕੀ ਹੋ ਗਿਆ? 46,30,999। ਇਹਦੇ ਵਿੱਚ ਆਪਾਂ 1 ਪਲੱਸ ਕਰ ਲਾਂਗੇ। ਆਪਾਂ ਦੇਖ ਲੈਣੇ, 9 ਤੇ 1 10, 10 ਦੀ ਲੱਗੀ 0, ਹੰਸਲ ਆਏ 1, 9 ਤੇ 1 10, 10 ਦੀ ਲੱਗੀ 0, ਹੰਸਲ ਆਏ 1, 9 ਤੇ 1 10, 10 ਦੀ ਲੱਗੀ 0, ਹੰਸਲ ਆਏ 1। ਇਹਦੇ ਵਿੱਚ ਕੁਝ ਨਹੀਂ ਪਲੱਸ ਕਰਨ ਵਾਲਾ, ਸੋ 1 ਦਾ 1 ਇੱਦਾਂ ਹੀ ਆ ਜਾਏਗਾ। ਸੋ ਅੱਗੇ ਇਸੇ ਤਰ੍ਹਾਂ ਹੀ ਚੱਲੇਗਾ। 463। ਸੋ 40,31,000 ਇਹਦਾ ਕੀ ਆ ਗਿਆ? ਅਗੇਤਰ। ਠੀਕ, ਨੈਕਸਟ, ਸੋ ਇਹਦੇ ਵਿੱਚ ਵੀ ਇੱਦਾਂ 1 ਪਲੱਸ ਕਰ ਲਓ। 1 ਤੇ 1 2। ਸੋ ਕੋਈ ਵੀ ਅੱਗੇ ਕੈਰੀ ਨਹੀਂ ਕਰਨਾ, ਹਾਸਲ ਨਹੀਂ ਜਾਏਗਾ, ਤਾਂ ਸਾਰਾ ਕੁਝ ਆਪਾਂ ਇੱਦਾਂ ਹੀ ਲਿਖ ਦਾਂਗੇ। ਸੋ 8,30,002 ਇਹ ਆਪਣਾ ਆਨਸਰ ਆ ਗਿਆ। ਨੈਕਸਟ, ਹੁਣ ਇਹਦੇ ਵਿੱਚ ਵੀ 1 ਪਲੱਸ ਕਰ ਲਓ। 9 ਤੇ 1 10, 10 ਦੀ ਲੱਗੀ 0, ਹੰਸਲ ਆਇਆ 1, 9 ਤੇ 1 10, 10 ਦੀ ਲੱਗੀ 0, ਹੰਸਲ ਆਇਆ 1, 9 ਤੇ 1 10 ਦੀ 0, 1 ਹੰਸਲ, 9 ਤੇ 1 10 ਦੀ 0, 1 ਹੰਸਲ, 9 ਤੇ 1 10। ਸੋ ਇਹ ਇਹਦਾ ਜਵਾਬ ਆ ਗਿਆ 1 ਲੱਖ। ਓਕੇ, ਨੈਕਸਟ, ਹੇਠ ਲਿਖਿਆਂ ਵਿੱਚੋਂ ਹਰੇਕ ਦਾ ਪਿਛੇਤਰ ਲਿਖੋ। ਪਿਛੇਤਰ ਯਾਨੀ ਘਟਾਓ 1 -1। ਸੋ ਇਹਨਾਂ ਚੋਂ ਆਪਾਂ -1 ਕਰ ਦਾਂਗੇ ਤੇ ਉਹਦਾ ਪਿਛੇਤਰ ਪ੍ਰੈਡੀਸੈਸਰ ਸਾਨੂੰ ਮਿਲ ਜਾਏਗਾ। ਸੋ 1000 -1। ਓਕੇ, ਚਾਹੋ ਤਾਂ ਇੱਥੇ ਸਾਈਨ ਵੀ ਲਗਾ ਦਿਓ। ਸੋ ਹੋਪ ਤੁਹਾਨੂੰ ਇਹ ਵਾਲੀ ਘਟਾਓ ਆਂਦੀ ਹੋਏਗੀ। ਮੈਂ ਇੱਥੇ ਇੱਕ ਵਾਰ ਫੇਰ ਕਰ ਦੇਣਾ, ਕਿਉਂਕਿ ਕੁਝ ਬੱਚੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਇਹ ਆਮ ਕਰਕੇ ਪ੍ਰੈਕਟੀਕਲੀ ਦਿੱਕਤ ਆਉਂਦੀ ਹੈ। ਸੋ ਮੈਂ ਦੱਸ ਦੇਣਾ ਘਟਾਓ ਕਿੱਦਾਂ ਕਰਨੀ ਹੈ। ਸੋ ਘਟਾਓ ਕਰਨ ਲਈ ਦੇਖਿਆ ਆਪਾਂ ਉੱਪਰ ਤਾਂ 0 ਹੈ, ਹੁਣ 0 ਵਿੱਚ ਤਾਂ 1 ਘਟਾਇਆ ਨਹੀਂ ਜਾ ਸਕਦਾ। ਸੋ ਘਟਾਓ ਕਿੱਦਾਂ ਕਰਨੀ ਹੈ? ਸੋ ਜਿਹੜੇ ਉੱਪਰ ਬੈਠੇ ਹੁੰਦੇ ਉਹ ਤਾਂ ਵੱਡੇ ਵੱਡੇ ਸਾਹਿਬ ਹੁੰਦੇ ਆ, ਹੈ ਨਾ, ਉੱਪਰ ਤੋਂ ਉੱਪਰ ਸਾਹਿਬ ਜੀ ਬੈਠੇ ਆ, ਜੇਬ 'ਚ ਕੁਛ ਹੈ ਨਹੀਂ। ਠੀਕ ਹੈ, ਇਹ ਕਹੇਗਾ ਯਾਰ ਮੇਰੀ ਤਾਂ ਬੇਇੱਜ਼ਤੀ ਹੋ ਜਾਣੀ, ਨੀਚੇ ਵਾਲੇ ਬੰਦੇ ਕੋਲ 1 ਰੁਪਈਆ ਹੈਗਾ, ਮੇਰੇ ਕੋਲ ਤਾਂ ਉਹ ਵੀ ਨਹੀਂ ਹੈਗਾ। ਮੈਂ ਇੱਦਾਂ ਕਰਦਾ, ਜਿਹੜੇ ਮੇਰੇ ਨਾਲ ਦੇ ਸਾਹਿਬ ਦੋਸਤ ਨੇ ਨਾ, ਉਹਨਾਂ ਕੋਲ ਮੰਗ ਲੈਣਾ। ਇਹ ਇਹਦੇ ਕੋਲ ਗਿਆ, ਕਹਿੰਦਾ ਯਾਰ ਮੇਰੇ ਕੋਲ ਵੀ ਕੁਛ ਨਹੀਂ ਹੈਗਾ। ਠੀਕ ਹੈ, ਇਹ ਇਹਦੇ ਕੋਲ ਗਿਆ, ਕਹਿੰਦਾ ਯਾਰ ਮੇਰੇ ਕੋਲ ਵੀ ਕੁਛ ਨਹੀਂ ਹੈਗਾ, ਮੈਂ ਅੱਗੋਂ ਮੰਗ ਕੇ ਦੇ ਦੇਣਾ। ਸੋ ਇਹਨੇ ਇਹਦੇ ਕੋਲ ਮੰਗ ਲਿਆ। ਸੋ 0 ਨੇ ਏਕਾ ਇਹਦੇ ਕੋਲ ਮੰਗ ਲਿਆ, ਇਹਦੇ ਕੋਲ ਤਾਂ ਹੋ ਗਿਆ 10, ਹੈ ਨਾ। ਸੋ 10 ਨੇ ਕੀ ਕੀਤਾ? ਆਪਣਾ 1 ਕਹਿੰਦਾ ਮੈਨੂੰ ਮਿਲ ਗਿਆ, ਹੁਣ ਮੈਂ ਆ ਏਕਾ ਤੈਨੂੰ ਦੇ ਦੇਣਾ। ਠੀਕ ਹੈ, ਸੋ 10 ਨੇ ਇੱਧਰ ਏਕਾ ਦੇਤਾ, ਇਹਦੇ ਕੋਲ 10 ਸੀ, ਇਹਦੇ ਕੋਲ ਰਹਿ ਗਏ 9। ਠੀਕ ਹੈ, ਸੋ ਇਹਦੇ ਕੋਲ 10, ਕਹਿੰਦਾ ਲੈ ਵੀ ਵਧਾਈ ਹੋਵੇ, ਮੇਰੇ ਕੋਲ ਆ ਗਿਆ 10, 1 ਤੂੰ ਰੱਖ ਲੈ। ਸੋ ਇਹਦੇ ਕੋਲ 0 ਸੀ, ਇਹਨੇ 10 ਇੱਧਰ ਦੇਤਾ, ਇਹਦੇ ਕੋਲ ਰਹਿ ਗਏ 9। ਠੀਕ ਹੈ, ਹੁਣ ਕਰ ਲਓ
10 ਚੋਂ 1 ਘਟਾ ਦਈਏ 9, ਇਹਦੇ ਕੋਲ ਰਹਿ ਗਏ 9। ਸੋ ਇੱਥੇ 9 ਇੱਦਾਂ ਹੀ ਲਿਖ ਦਾਂਗੇ, ਇਹਦੇ ਕੋਲ ਵੀ 9, ਕੁਛ ਨਹੀਂ ਘਟਾਉਣਾ ਨੀਚੇ, ਇੱਦਾਂ ਹੀ ਲਿਖ ਦਾਂਗੇ। ਇਹ ਵਿਚਾਰਾ ਆਪਣਾ ਏਕਾ ਪਹਿਲਾਂ ਹੀ ਇਹਨੂੰ ਦੇਖ ਬੈਠਾ ਸੀ ਹੈ ਨਾ। ਸੋ ਆਪਣੇ ਕੋਲ ਕੀ ਜਵਾਬ ਆ ਗਿਆ 999। ਓਕੇ, ਸੋ ਇਹਦਾ 75 1000 ਦਾ 999 ਹੋ ਗਿਆ। ਵੈਸੇ ਤਾਂ ਮੂੰਹ ਜ਼ਬਾਨੀ ਹੈ ਕਿ ਮੇਰੇ ਕੋਲ ਜੀ 1000 ਰੁਪਏ ਹੈ ਤੇ ਜੇ ਮੈਂ 1 ਰੁਪਇਆ ਦੇ ਦੇਵਾਂ ਤੇ 999 ਰਹਿ ਜਾਣਗੇ, ਪਰ ਘਟਾਓ ਆਪਾਂ ਇੱਦਾਂ ਕਰ ਸਕਦੇ ਹਾਂ। ਓਕੇ, ਨੈਕਸਟ 2,08,090। ਸੋ ਇਹਦਾ 75 ਲੱਭਣ ਲਈ ਅਸੀਂ -1 ਕਰ ਦਿੰਦੇ ਹਾਂ। ਸੋ ਇੱਥੇ ਵੀ ਇੱਦਾਂ ਵਿਚਾਰਾ ਉੱਪਰ ਠਨ ਗੋਪਾਲ 0, ਇਹ ਕਹਿੰਦਾ ਮੈਂ ਨਾਲ ਦੇ ਕੋਲ ਮੰਗ ਲੈਣਾ। ਠੀਕ ਹੈ, ਇਹਦੇ ਕੋਲ 9 ਏਕੇ ਹੈਗੇ ਸੀ, 1 ਇੱਧਰ ਦੇ ਦਿੱਤਾ, ਸੋ ਇਹਦੇ ਕੋਲ ਹੋ ਗਏ 10। ਠੀਕ ਹੈ, ਪਰ ਇਹਦੇ ਕੋਲ ਕਿੰਨੇ ਰਹਿ ਗਏ 8। ਓਕੇ, ਸੋ ਇਹ ਯਾਦ ਰੱਖਣਾ, 10 ਚੋਂ 1 ਘਟਾ ਦਈਏ 9, ਹੁਣ ਇਹਦੇ ਕੋਲ ਰਹਿ ਗਏ 8, ਫਿਰ ਕੁਛ ਨਹੀਂ ਘਟਾਉਣਾ, ਫਿਰ ਸਭ ਕੁਛ ਅਸੀਂ ਇੱਦਾਂ ਹੀ ਲਿਖ ਦੇਣਾ ਤੇ 2,08,099 ਸਾਡਾ ਆਨਸਰ ਆ ਗਿਆ। 75 ਕਿਹਦਾ ਹੈ 2,08,090 ਦਾ। ਨੈਕਸਟ 76,54,321, ਇਹਦੇ ਵਿੱਚੋਂ ਵੀ ਆਪਾਂ 1 ਮਾਈਨਸ ਕਰ ਦਿੰਦੇ ਹਾਂ, 1 ਚੋਂ 1 ਘਟਾ ਦਈਏ 0। ਲੋ ਜੀ, ਇਹ ਤਾਂ ਬਹੁਤ ਸੌਖਾ, ਬਾਕੀ ਦਾ ਸਾਰਾ ਕੁਝ ਸੇਮ ਕਿਉਂਕਿ ਕੁਛ ਵੀ ਹਾਸਲ ਅੱਗੇ ਨਹੀਂ ਜਾਏਗਾ। 2 ਇੱਦਾਂ ਹੀ ਲੱਗ ਜਾਏਗਾ, 3 4 5 6 7 76,54,320 ਇਹਦਾ 75 ਆ ਗਿਆ। ਨੈਕਸਟ 12,576, ਇਹਦੇ ਵਿੱਚੋਂ ਵੀ 1 ਘਟਾ ਦਿਓ, 6 ਚੋਂ 1 ਘਟਾ ਦਈਏ 5। ਲੋ, ਇਹ ਵੀ ਸਿੰਪਲ ਹੋ ਗਿਆ, 7 5 2 1। ਸੋ ਇਹ ਸਾਡਾ 75 ਆ ਗਿਆ। ਨੈਕਸਟ, ਹੇਠਾਂ ਦਿੱਤੀਆਂ ਸੰਖਿਆਵਾਂ ਨੂੰ ਸੰਖਿਆ ਰੇਖਾ ਤੇ ਦਰਸਾਓ। ਸੰਖਿਆਵਾਂ ਕਿਹੜੀਆਂ ਦਿੱਤੀਆਂ 2 0 3 5 7 11 15। ਹੁਣ ਇੱਕ ਸੰਖਿਆ ਰੇਖਾ ਆਪਾਂ ਬਣਾ ਲਈ ਇਸ ਤਰ੍ਹਾਂ। ਠੀਕ, ਸੋ ਤੁਸੀਂ ਫੁੱਟੇ ਨਾਲ ਬਣਾ ਸਕਦੇ ਹੋ। ਮੇਰਾ ਹੋ ਸਕਦਾ ਕਿ ਜਿਹੜਾ ਵਿੱਚ ਡਿਸਟੈਂਸ ਹੈ ਉਹ ਅੱਗੇ ਪਿੱਛੇ ਹੋਵੇ, ਤੁਸੀਂ ਫੁੱਟੇ ਦੇ ਨਾਲ ਕੋਈ ਵੀ ਇਹਦਾ ਤੁਸੀਂ ਫੁੱਟੇ ਦੇ ਨਾਲ ਬਰਾਬਰ ਦੂਰੀ ਦੀ ਸੰਖਿਆ ਰੇਖਾ ਬਣਾ ਸਕਦੇ ਹੋ। ਓਕੇ, 0 ਤੋਂ ਸਟਾਰਟ ਕੀਤੀ, 0 1 2 3 4 5 6 7 8 ਅੱਗੇ ਸੋਨ ਜਲਦੀ ਰਹੀ। ਸੋ ਇੱਥੇ ਆਪਾਂ ਪਿੱਛੇ ਐਰੋ ਪਾ ਦੇਣਾ ਤਾਂ ਕਿ ਪਤਾ ਚੱਲੇ ਕਿ ਅੱਗੇ ਨਿਰੰਤਰ ਜਾ ਰਹੀ ਹੈ ਅਨੰਤ ਤੱਕ। ਠੀਕ, ਸੋ मतलब कि 15 तक गिनती नहीं खत्म हुई, अगे तो अगे ने जाई जाना है। सो ये जी संख्या रेखा है ये भी अनंत तक जाती है। ठीक है, हुण असीं ये जो नंबर सानू दर्शाण लई कहे गए हैं उन्होंने आप दर्शा देंगे हाँ। सब तो पहला 0 गोला लगा दो, उस तो बाद 2 गोला लगा दो, 3 ते भी 5, ये 7 है, ये 11 है, ये 15 है। ओके, इन्हों का नामकरण कर दो, इन्हों बुलाना किस तरह है, इन्हों कह दो ए है, ए बी, ए सी, डी, ई, एफ, जी। तुसी कोई होर नाम भी दे सकते हो, जिवें दा ए देता दा एफ देता एच, जरूरी नहीं कि ए बी सी डी ई एफ कंटिन्यूटी च ही देना। तुसी कोई भी नाम पी क्यू आर एस टी जैड जो भी तुहाडे दिमाग च आंदा तुसी इन्हां नूं नामकरण कर सकते हो। सो नीचे लिख दो कि ए 0 नूं दर्शाउंदा है, बी 2 नूं दर्शाउंदा है, इस तरह जिहड़ा सी है 3 नूं दर्शाउंदा है, डी 5 नूं, ई 7 नूं, एफ 11 नूं ते जी 15 नूं दर्शाउंदा है। तुसीं इदां इत्थे लिख देना है। नैक्सट 22 ਅਤੇ 43 ਦੇ ਵਿਚਕਾਰ ਕਿੰਨੀਆਂ ਪੂਰਨ ਸੰਖਿਆਵਾਂ ਹਨ। ਓਕੇ, ਸੋ 22 ਅਤੇ 43 ਦਾ ਇੱਕ ਫਾਰਮੂਲਾ ਸਿੰਪਲ ਹੁੰਦਾ ਕਿ 43 ਵੱਡਾ ਹੈ ਤੇ 22 ਛੋਟਾ, ਨੂੰ ਇਦਾਂ ਲਿਖ ਲਓ, ਦੋਨਾਂ ਨੂੰ ਘਟਾ ਲਓ। ਸੋ 3 ਚੋਂ 2 ਘਟਾ ਦਈਏ 1, 4 ਚੋਂ 2 ਘਟਾ ਦਈਏ 2। ਪਹਿਲਾਂ ਤਾਂ 1 ਘਟਾਓ, ਆਪਣੀ ਕਲੀਅਰ ਹੋ ਗਈ। ਹੁਣ ਆਪਾਂ ਇੱਥੇ ਇਹ ਵੀ ਚੀਜ਼ ਦੇਖਣੀ, ਸੋ ਇਹਨੇ ਇਹ ਨਹੀਂ ਕਿਹਾ ਕਿ 22 ਤੋਂ ਲੈ ਕੇ 43 ਤੱਕ। ਠੀਕ ਹੈ, ਉਹਦੇ ਵਿੱਚ ਅਸੀਂ ਇਹਨਾਂ ਦੋਨਾਂ ਨੂੰ ਗਿਣਨਾ ਸੀ ਫਿਰ, ਪਰ ਹੁਣ ਇਹਨੇ ਕਿਹਾ ਕਿ 22 ਅਤੇ 43 ਦੇ ਵਿਚਕਾਰ ਦੱਸਣੀ ਹੈ, ਨਾ 22 ਗਿਣਨਾ ਨਾ 43। ਠੀਕ ਹੈ, ਪਰ ਜਦੋਂ ਅਸੀਂ ਘਟਾਓ ਕਰਦੇ ਹਾਂ ਨਾ, ਦੋਨਾਂ ਵਿੱਚੋਂ ਇੱਕ ਰਕਮ ਜਿਹੜੀ ਹੈ ਉਹ ਕਾਊਂਟ ਹੋ ਜਾਂਦੀ ਹੈ। ਸੋ ਉਹ ਰਕਮ ਜੋ ਕਾਊਂਟ ਹੋ ਚੁੱਕੀ ਉਹਨੂੰ ਆਪਾਂ ਘਟਾ ਦਿੰਦੇ ਹਾਂ, 21 ਚੋਂ 1 ਘਟਾ ਦਈਏ 20। ਠੀਕ ਹੈ, ਸੋ 22 ਅਤੇ 43 ਦੇ ਵਿਚਕਾਰ ਕਿੰਨੀਆਂ ਪੂਰਨ ਸੰਖਿਆਵਾਂ ਹਨ? 20 ਪੂਰਨ ਸੰਖਿਆਵਾਂ ਹਨ। ਇਹ ਸਾਡਾ ਆਨਸਰ ਆ ਗਿਆ। ਨੈਕਸਟ 7th, ਹੇਠ ਲਿਖਿਆਂ ਵਿੱਚੋਂ ਹਰੇਕ ਨੂੰ ਦਰਸਾਉਣ ਲਈ ਸੰਖਿਆ ਰੇਖਾ ਖਿੱਚੋ। ਓਕੇ, ਸੋ ਇੱਥੇ 3 ਜਮਾ 2 ਯਾਨੀ ਜੋੜ ਕਰਨਾ ਤੇ ਇਹਨੂੰ ਦਰਸਾਉਣ ਲਈ ਆਪਾਂ ਸੰਖਿਆ ਰੇਖਾ ਤੇ ਦਾ ਜੋੜ ਕਰਨਾ। ਸਿੰਪਲ ਨਹੀਂ ਕਰਨਾ ਕਿ 3 ਜਮਾ 2 5, ਇਹ ਤਾਂ ਸਾਰਿਆਂ ਨੂੰ ਪਤਾ ਹੋਏਗਾ, ਪਰ 3 ਜਮਾ 2 5 ਇਸ ਸੰਖਿਆ ਰੇਖਾ ਤੇ ਕਿੱਦਾਂ ਦਰਸਾਉਣਾ ਉਹ ਆਪਾਂ ਇੱਥੇ ਚੰਗੀ ਤਰ੍ਹਾਂ ਸਮਝਾਂਗੇ। ਸੋ ਕਰਨਾ ਕੀ ਹੈ, 0 ਤੋਂ ਸਟਾਰਟ ਕਰਨਾ। ਸੋ 0 ਤੋਂ ਪਹਿਲਾਂ 3 ਤੇ ਸਿੱਧਾ ਜੰਪ ਲਗਾ ਦੇਣਾ। ਓਕੇ, ਸੋ ਇਹ ਇੱਥੇ ਆ ਗਏ ਆਪਾਂ। ਠੀਕ, ਉਸ ਤੋਂ ਬਾਅਦ 2 ਅੰਕ ਹੋਰ ਜਾਣਾ ਅੱਗੇ,
2 अंक किद्दां जावांगे 1 अंक ते 2 अंक ठीक है। तुसीं चाहो तो इत्थे इस तरह लगा सकदे हो। सो आपां कित्थे पहुँच गए 3 जमा 2 अंक 5 ते पहुँच गए। सो आपां इत्थे लिखांगे 3 जमा 2 बराबर है 5। ये साडा जवाब आ गया। नैक्सट 4 जमा 5 ठीक। सो इस तरह ही 0 तो सीधा जंप लगाओ 4 ते ओके। फिर किन्ने अंक अगे जाना 5 1 2 3 4 5 आपां कित्थे पहुँच गए 9 ते। सो आपां इत्थे लिखांगे 4 जमा 5 बराबर है 9। ये साडा जवाब आ गया। सो इत्थे तुसी नाल जिहड़ी है ये लाइन लगा सकते हो ताकि पूरी तरह क्लीयर हो जाए कि 4 + 5 का जिहड़ा फाइनल आंसर की बन गया 9 ठीक है। इस तरह ऊपर भी कर सकते हो कि 3 + 2 का जिहड़ा फाइनल आंसर की बन गया 5 ठीक है। सो ये तुसी नाल कर सकते हो। नैक्सट 6 जमा 2 ओके। सो पहला तो 6 तक आपां जंप लगाने आ। सो इत्थे पहुँच गए 6 तक ओके। तो उस तो बाद 2 अंक होर अगे जाना 1 फिर 2 ठीक है। सो 8 ते पहुँच गए। सो 6 जमा 2 का साडा आंसर की आ गया 8। सो इत्थे आपां लिख दांगे 6 जमा 2 बराबर है 8। ये साडा जवाब आ गया। नैक्सट 8 घटाओ 3। सो इस तरह ही सब तो पहला आप जंप तो लगावांगे 8 तक ठीक। सो ये 8 तक जंप लगाया ओके। उस तो बाद 3 घटाने घटाने का मतलब बैक जाना है। सो आप 1 बैक गए 2 बैक गए फिर 3 ठीक है। ये पिछे आ गए ना। सो कित्थे पहुँच गए 5 ते। सो इत्थे साडा फाइनली आंसर कित्थे खत्म होया 5 ते ओके। सो ये जवाब आ गया तुहाडा 8 - 3 यानी 8 घटाओ 3 बराबर है 5। ये जवाब आ गया। नैक्सट 7 घटाओ 4 ठीक है। सीधा अपना जहाज जाएगा 7 ते। ये इत्थे कीता लैंड ठीक। उस तो बाद 4 माइनस हो जाने। सो 4 घर पिछे आ जाओ 1 2 3 4 ठीक है। सो इत्थे अपना जहाज लैंड कर गया। सो फाइनल आंसर की आ गया ठीक। सो इत्थे आपां लिखांगे 7 घटाओ 4 बराबर है 3 ठीक। नैक्सट 7 घटाओ 2। लो जी इत्थे साडा जहाज पहला ही पहुँच गया 7 ते। फिर 2 घर पिछे जाना सी इस करके 1 ते 2 घर पिछे चला गया कित्थे पहुँच गया 5 ते। सो इत्थों दी इत्थे तक सफ़र हो गया 5 का। 7 घटाओ 2 बराबर है 5। ये साडा जवाब आ गया। नैक्सट 3 गुणा 3 यानी इत्थों भाव है 3 3 दे 3 पेयर ते इन्हें जंप लगाना है ठीक है। 3 3 दे 3 जोड़ियां ते जंप लगाएगा जिथे पहुँचेगा वो साडा जवाब आ जाएगा। सो आप शुरू करते हैं 0 तो लैके 3 तक 1 जंप लग गया ठीक है। उस तो बाद 1 2 3 अगला जंप 6 तक जाएगा ठीक। फिर 1 2 3 अगला जंप कितने तक जाएगा 9 तक। सो 9 आ गया। इसका मतलब साडा जवाब आ गया 3 गुणा 3 बराबर है 9। ये साडा आंसर आ गया। सो इनू भी तुसी जिहड़ा है इस तरह शो कर सकते हो। नैक्सट है 2 × 5 यानी 2 गुणा 5। सो इत्थे आपां ये भी ध्यान च रख सकते हाँ कि या तो आपां 2 दे 5 पेयर बना दिए या 5 दे 2 पेयर बना दिए दोनों ठीक है। सो आपां किसी तरह नाल भी चल सकते हैं। सो पेयर ही बनाने हैं। इन्हां चों कोई ये शर्त नहीं होंदी कि 2 दे 5 बनाने हैं या 5 दे 2। सो आपां जिद्दां सीक्वेंस उदां ही चलते हैं 2 दे आपां 5 पेयर बना दिंदे हाँ। सो 0 तो पहलां आपां छाल लगाई 2 ते 1 ठीक है। उस तो बाद आपां आके 4 ठीक है। 2 2 दे पेयर अगे जा रहे हैं। फिर 1 2 6 ते आ गए। फिर 1 2 8 ते आ गए। फिर 1 2 ये 10 ते आ गए। सो आप देखिए 5 पेयर बन गए 1 2 3 4 5 5 पेयर बाद असी कितने पहुँच गए 10 ते। सो आप जो 2 गुणा 5 किया तो असी पहुँच गए हाँ 10 ते। इत्थे साडा जवाब आ गया 2 गुणा 5 बराबर है 10 आंसर। नैक्सट 3 गुणा 5। सो इत्थे भी 3 3 दे 5 पेयर बना सकते हो। 0 तो सीधा लगाई छाल 3 ते 1 पेयर हो गया ओके। उस तो बाद असी 1 2 3 अगली जंप लगाई 6 ते। फिर 1 2 3 अगली जंप लगाई 9 ते 1 2 3
अगला जंप साडा 12 ते आएगा 1 2 3, फिर अगला जंप साडा लैंड करेगा 15 ते। सो 5 जंप 3 3 दे लगान तो बाद असी 15 ते आ गए, ठीक। सो ਇਹਦਾ मतलब साडा जवाब की आ गया 15। ਇੱਥੇ ਲਿਖਾਂਗੇ 3 गुणा 5 बराबर है 15, ये साडा आंसर आ गया। नैक्सट है 9 भाग 3। सो ਇਹਦੇ ਵਿੱਚ ਵੀ ਸਿੱਧਾ 0 ਤੋਂ ਪਹਿਲਾਂ ਆਪਾਂ 9 ਤੇ ਲੈਂਡ ਕਰਾਂਗੇ। ਸੋ ਜੇ ਤੁਸੀਂ ਕਨਫਿਊਜ਼ ਨਾ ਹੋਵੋ ਤਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਨਾ ਕਿ ਭਾਗ ਦਾ ਦੂਜਾ ਮਤਲਬ ਘਟਾਓ ਵੀ ਹੁੰਦਾ। ਸਪੋਜ਼ ਤੁਹਾਡੇ ਕੋਲ 10 ਟੋਫੀਆਂ ਹੋਣ, ਮੈਂ ਤੁਹਾਨੂੰ ਕਹਾਂ ਕਿ ਬੇਟੇ 5 ਜਣਿਆਂ 'ਚ ਜਾ ਕੇ ਵੰਡ ਦਿਓ ਤਾਂ 2-2 ਹੀ ਆਣਗੀਆਂ ਸਾਰਿਆਂ ਨੂੰ। ਇਹਦਾ ਮਤਲਬ 10 ਟੋਫੀਆਂ ਦੀ ਕਿੰਨੀਆਂ ਆ ਗਈਆਂ? 2-2 ਘਟ ਗਈਆਂ ਨਾ। ਸੋ ਇਹ ਕਹਿ ਰਿਹਾ 9 ਨੂੰ 3 ਵਾਰੀ ਭਾਗ ਕਰੋ, ਠੀਕ ਹੈ। ਆਪਾਂ 3-3, ਸੋ ਇੱਥੋਂ ਦੀ ਅਸੀਂ 3-3 ਅੰਕ ਪਿੱਛੇ ਜਾਵਾਂਗੇ। ਸੋ 9 ਤੋਂ 3 ਅੰਕ ਪਿੱਛੇ ਗਏ 6, फिर 1 2 3, 6 तो जंप लगाया 3 ते, फिर 1 2 3, सो 3 तो जंप लगाया 0 ते। सो ये ਆਪਾਂ ਇਹਦੇ ਵਿੱਚ ਦੇਖਾਂਗੇ ਕਿ ਇਹ ਕਿੰਨੇ ਐਲੀਵੇਸ਼ਨ ਬਣ ਗਏ, ਇਹ ਕਿੰਨੇ ਜਿਹੜੇ ਹੈ ਭਾਗ ਬਣ ਗਏ, ਉਹ ਸਾਡਾ ਜਵਾਬ ਆ ਜਾਏਗਾ 1 2 3। ਸੋ ਇੱਥੇ ਜਵਾਬ ਆ ਜਾਏਗਾ 9 ਭਾਗ 3 ਬਰਾਬਰ ਹੈ 3, ਇਹ ਸਾਡਾ ਆਨਸਰ ਆ ਗਿਆ। ਨੈਕਸਟ 12 ਭਾਗ 4। ਸੋ ਸਿੱਧਾ ਉਹੀ ਫਾਰਮੂਲਾ, 0 ਤੋਂ ਸਿੱਧਾ ਸਾਡਾ ਜਹਾਜ਼ ਲੈਂਡ ਕੀਤਾ 12 ਤੇ, ਠੀਕ ਹੈ। ਤੇ ਉਸ ਤੋਂ ਬਾਅਦ 4-4 ਅੰਕ ਆਪਾਂ ਪਿੱਛੇ ਜਾਣਾ ਹੈ, 1 2 3 4। ਸੋ ਇੱਥੋਂ ਦੀ ਪਿੱਛੇ ਆ ਜਾਓ 8 ਤੇ, ਫਿਰ 1 2 3 4, 8 ਤੋਂ ਆਪਾਂ ਪਿੱਛੇ ਗਏ 4 ਤੇ, ਫਿਰ 1 2 3 4, 4 ਤੋਂ ਆਪਾਂ ਜਿਹੜਾ ਹੈ ਪਿੱਛੇ ਚਲੇ ਗਏ 0 ਤੇ, ਠੀਕ ਹੈ। सो एक किन्ने एलिवेशन बन गए? 1 2 3, 3 भाग बन गए ना। सो आप इसका जवाब लिखेंगे 12 भाग 4 बराबर है 3। नैक्सट है L 10 भाग 2, ठीक है। सो साडा फर्स्ट फार्मूला की होना चाहिए? 0 तो सीधा साडा जहाज लैंड करेगा 10 ते, ओके। उस तो बाद 2-2 ਦੇ पेयर बना के ਆਪਾਂ ਪਿੱਛੇ ਨੂੰ ਜਾਣਾ है। सो पहला पेयर 1 ਤੇ 2 8 ਤੇ ਆ ਗਿਆ, ओके। दूजा पेयर इत्थों ਦੀ फिर ਆਪਾਂ 2 अंक ਪਿੱਛੇ ਗਏ 6 ਤੇ, फिर 2 अंक ਪਿੱਛੇ ਗਏ 4 ਤੇ, फिर 2 अंक ਪਿੱਛੇ ਗਏ 2 ਤੇ, फिर 2 अंक ਪਿੱਛੇ ਗਏ 0 ਤੇ। ਸੋ ਕਿੰਨੇ ਇਹਦੇ ਭਾਗ ਬਣ ਗਏ? 1 2 3 4 5। ਸੋ ਇਹੀ ਆਪਣਾ ਜਵਾਬ ਆ ਗਿਆ 10 ਭਾਗ 2 बराबर है 5, ये साडा आंसर आ गया। नैक्सट 8वां। सो ये 2 साइन दिते हैं, छोटा है वड्डा है, ठीक है। इन्हां दोनों विचों ढुकवें चिन्हां नाल खाली स्थान भरो। सो ये नीचे ब्लैंक्स दित्तियां होईयां, भर दो। सो छोटे दे वाला असीं मूँह बंद कर दांगे ते वड्डे वाला असीं मूँह खोल दांगे, ओके। सो सब तो पहला की है 25 ते इधर 205, ठीक। सो इत्थे तां सानूं क्लीयर ही है कि 25 जिहड़ा छोटा है उधर मूँह बंद, वड्डा है मूँह खोल देना, ठीक है। सिंपल जी गल है। जो बच्चे नूं कहा जाए बच्चे 25 टॉफियां लैनियां है कि 205, जो किधर मूँह खोलेगा? 205 टॉफियां वाल। सो जिहड़ी चीज़ वड्डी है उधर आपां मूँह खोल देना है। सैकेंड बी 170 वड्डा है कि 107? हाँ जी पक्का 170 ही वड्डा जी। सो आप 170 वाल मूँह खोल देंगे। अगला 415 ज़्यादा है कि 514? हुण 514 ज़्यादा जी, पूछण की लोड़ ही नहीं। अगला इकाई दहाई सैकड़ा हज़ार 10,000। सो अंक किन्ने ने? 1 2 3 4 5। इत्थे अंक किन्ने ने? 1 2 3 4। सो 5 अंकों वाली रकम वड्डी होगी कि 4 अंकों वाली? नैचुरली 5 अंकों वाली वड्डी होएगी। लो जी आप 5 अंकों वाल मूँह खोल देने हाँ। अगला सो ये पहला अंक गिन लेने 1 2 3 4 5 6 7, 1 2 3 4 5 6 7। सो ये तो दोनों सेम हो गए, ठीक है। हुण आप देखते हैं दोनों च फर्क की है। इकाई दहाई सैकड़ा हज़ार 10,000 लख 10 लख 23 लख 14, 23 लख 41। सो 41 तो वड्डा हो गया। सो आपां इहदे वल मूँह खोल दांगे, ठीक। नैक्सट एफ। सो अंक किन्ने हैं? 1 2 3 4 5। इधर किन्ने हैं? 1 2 3 4 5 6। सो 6 अंकों वाली रकम वड्डी होएगी, इधर आपां मूँह खोल दांगे। सो ये सी साडी एक्सरसाइज 2.1।
ਹੋਪ ਤੁਹਾਨੂੰ ਸਮਝ ਆ ਗਈ ਹੋਏਗੀ। ਸੋ ਥੈਂਕ ਯੂ ਵੈਰੀ ਮੱਚ। ਆਪਣੇ ਇਸ ਚੈਨਲ ਪਰਮ ਟੀਵੀ ਨੂੰ ਸਬਸਕ੍ਰਾਈਬ ਕਰਨ ਲਈ, ਇੰਨੀ ਜ਼ਿਆਦਾ ਗਿਣਤੀ ਵਿੱਚ ਲਾਈਕ ਸ਼ੇਅਰ ਕਰਨ ਲਈ, ਪਸੰਦ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ ਸੋ ਮੱਚ।